ਵਾਹਿਗੁਰੂ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਿਤਾ ਜਿਉ ਪਿੰਡ ਸਭ ਤੇਰਾ ਤੂੰ ਅੰਤਰਜਾਮੀ ਪੁਰਖ ਭਗਵਾਨ ਦਾਸਣ ਦਾਸ ਕਹੈ ਜਨ ਨਾਨਕ ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਵਖਿਆਣ ਗੁਰ ਨਾਨਕ ਪਦ ਪੰਕਜ ਬੰਧਨ ਪਦ ਪੰਕਜ ਬੰਧਨ ਸਿਮਰਾਂ ਅੰਗਦ ਦੁਖ ਨਿਕੰਦਨ ਗੁਰ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ ਧਿਆਉ ਗੁਰ ਰਾਮਦਾਸ ਗੁਣ ਗਾਉ ਗੁਰ ਅਰਜਨ ਬਿਘਨ ਕੇ ਨਾਸਕ ਬਿਘਨ ਕੇ ਨਾਸਕ ਗੁਰ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਾਉਰੀ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਗੁਰ ਗੋਬਿੰਦ ਸਿੰਘ ਬਿਸਾਲਾ ਤਰੁ ਤਾਰਾ ਪਾਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ ਤਰੁ ਤਾਰਾ ਪਾਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਏਕ ਓੰਕਾਰਾ ਸਤਿਗੁਰੂ ਜੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਣ ਸੋਏ ਏਕ ਓੰਕਾਰਾ ਸਤਿਗੁਰੂ ਜੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਣ ਸੋਏ।
ਵਾਹਿਗੁਰੂ ਜੀ ਤਿਨ ਤੇ ਸੁਨਤ ਸਥਾਨ ਪ੍ਰਤਾਪ, ਨਮੋ ਕੀਨ ਕਰ ਜੋਰੇ ਆਪ। ਇਮ ਨਿਸ਼ਚੈ ਕਰ ਤੀਰਥ ਨਿਕੇ, ਪੂਰਨ ਭਏ ਮਨੋਰਥ ਜੀ ਕੇ। ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜੂਰ ਜ਼ਾਹਰਾ ਜ਼ਹੂਰ ਸ਼ਬਦ ਗੁਰੂ ਜੁਗੋਂ ਜੁਗ ਅਟਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਸਤਿਕਾਰਯੋਗ ਧੰਨ ਮਾਤਾ ਰਾਜ ਕੌਰ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਸ਼ਾਮਾਂ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਓ ਰੋਜ਼ਾਨਾ ਦੀ ਤਰ੍ਹਾਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਚੱਲ ਰਹੀ ਲੜੀਵਾਰ ਇਤਿਹਾਸ ਕਥਾ ਦੇ ਨਾਲ ਅਗਲੇਰੀ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ। ਰਸਨਾ ਨੂੰ ਕਰੋ ਪਵਿੱਤਰ, ਜਿਤਨੇ ਵੀ ਜੁੜ ਬੈਠੇ ਹੋ ਲਵਾਓ ਹਾਜ਼ਰੀ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਿਨ ਤੇ ਸੁਣਤ ਸਥਾਨ ਪ੍ਰਤਾਪ, ਨਮੋ ਕੀਨ ਕਰ ਜੋਰੇ ਆਪ। ਕਵਿਰਾਜ ਕਵੀ ਸੰਤੋਖ ਸਿੰਘ ਜੀ ਅੱਗੇ ਲਿਖ ਰਹੇ ਨੇ ਕਿ ਜਿਵੇਂ ਪਿਛਲੇ ਪ੍ਰਕਰਣਾਂ ਵਿੱਚ ਆਪ ਜੀ ਨੇ ਸਰਵਣ ਕੀਤਾ ਸੀ, ਬੀਬੀ ਰਜਨੀ ਦਾ ਪਤੀ ਜਿਹੜੀ ਥਾਂ ਤੋਂ ਇਸ਼ਨਾਨ ਕਰਕੇ ਠੀਕ ਹੋਇਆ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਬੀਬੀ ਰਜਨੀ ਨੂੰ, ਉਹਦੇ ਪਤੀ ਨੂੰ ਨਾਲ ਲੈ ਕੇ ਉਸ ਥਾਂ 'ਤੇ ਪਹੁੰਚੇ। ਬੀਬੀ ਰਜਨੀ ਉਹਦਾ ਪਤੀ ਅੱਗੇ ਅੱਗੇ ਨੇ, ਧੰਨ ਗੁਰੂ ਅਰਜਨ ਦੇਵ ਜੀ ਪਿੱਛੇ ਪਿੱਛੇ। ਧੰਨ ਗੁਰੂ ਅਰਜਨ ਦੇਵ ਜੀ ਦੇ ਪਿੱਛੇ ਬਹੁਤ ਸਾਰੀਆਂ ਸਿੱਖ ਸੰਗਤਾਂ ਦਾ ਹਜੂਮ ਹੈ ਔਰ ਉੱਥੇ ਪਹੁੰਚ ਕੇ ਪਿੰਗਲੇ ਨੇ ਉਹ ਥਾਂ ਵਿਖਾਈ, ਟੋਕਰੀ ਵਿਖਾਈ, ਇਸ਼ਾਰਾ ਕੀਤਾ ਕਿ ਇਹ ਉਹ ਅੰਮ੍ਰਿਤ ਜਲ ਹੈ ਜਿਸ ਥਾਂ 'ਤੇ ਇਸ਼ਨਾਨ ਕਰਕੇ ਸਤਿਗੁਰੂ ਜੀ ਮੇਰਾ ਤਨ ਠੀਕ ਹੋਇਆ ਹੈ। ਔਰ ਉਹਨਾਂ ਤੋਂ ਸੁਣ ਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਫਿਰ ਅੱਗੇ ਕਹਿੰਦੇ ਇਸ ਥਾਂ ਦਾ ਜਿਹੜਾ ਪ੍ਰਤਾਪ ਹੈ ਉਹ ਸੰਗਤਾਂ ਨੂੰ ਦੱਸਦੇ ਨੇ। ਤਿਨ ਤੇ ਸੁਣਤ ਸਥਾਨ ਪ੍ਰਤਾਪ, ਨਮੋ ਕੀਨ ਕਰ ਜੋਰੇ ਆਪ। ਸਤਿਗੁਰੂ ਜੀ ਨੇ ਇਸ ਅਸਥਾਨ ਦੇ ਪ੍ਰਤਾਪ ਦੇ ਬਾਰੇ ਸੰਗਤਾਂ ਨੂੰ ਦੱਸਿਆ ਕਿ ਅਸਲ ਵਿੱਚ ਇਹ ਸਥਾਨ ਉਹੀ ਹੈ ਜਿਹੜਾ ਗੁਰੂ ਪਿਤਾ ਧੰਨ ਗੁਰੂ ਰਾਮਦਾਸ ਜੀ ਨੇ ਆਪ ਆਪਣੇ ਹੱਥੀਂ ਟੱਕ ਲਾ ਕੇ ਬਣਾਇਆ। ਇਹ ਸਥਾਨ ਉਹੀ ਹੈ ਜਿੱਥੇ ਪਹਿਲੋਂ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਰਨ ਪਏ ਨੇ ਔਰ ਸਤਿਗੁਰੂ ਜੀ ਨੇ ਉਸ ਸਥਾਨ ਨੂੰ ਹੱਥ ਜੋੜ ਕੇ ਉੱਥੇ ਆਪ ਪਹਿਲੋਂ ਨਮਸਕਾਰ ਕੀਤੀ। ਇਮ ਨਿਸ਼ਚੈ ਕਰ ਤੀਰਥ ਨਿਕੇ, ਪੂਰਨ ਭਏ ਮਨੋਰਥ ਜੀ ਕੇ। ਇਸ ਤਰ੍ਹਾਂ ਧੰਨ ਗੁਰੂ ਅਰਜਨ ਦੇਵ ਜੀ ਨੇ ਜਦੋਂ ਸਿੱਖ ਸੰਗਤਾਂ ਨੂੰ ਕਿਹਾ, ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ ਔਰ ਸਾਰੀਆਂ ਸਿੱਖ ਸੰਗਤਾਂ ਨੇ ਗੁਰੂ ਸਾਹਿਬ ਦੇ ਬਚਨ ਸੁਣ ਕੇ ਇਹ ਨਿਸ਼ਚਾ ਕਰ ਲਿਆ ਕਿ ਅੱਜ ਜਿਹੜਾ ਮਨ ਦਾ ਮਨੋਰਥ ਸੀ ਉਹ ਪੂਰਾ ਹੋ ਗਿਆ। ਜਿਹੜੇ ਸਰੋਵਰ ਦੀਆਂ ਨਿਸ਼ਾਨੀਆਂ ਲੱਭ ਰਹੇ ਸਾਂ, ਅੰਮ੍ਰਿਤ ਸਰੋਵਰ ਦੀਆਂ ਨਿਸ਼ਾਨੀਆਂ ਸਭ ਤੋਂ ਵੱਡੀ ਨਿਸ਼ਾਨੀ ਇਹੀ ਹੈ। ਨਰ ਪ੍ਰਾਕ੍ਰਿਤ ਸੰਭਏ ਪ੍ਰਸੰਨ, ਸਦਾ ਸਰਬੱਗ ਗੁਰੂ ਧੰਨ ਧੰਨ। ਧੰਨ ਗੁਰੂ ਅਰਜਨ ਦੇਵ ਜੀ ਸਦਾ ਹੀ ਸਮਰੱਥ ਨੇ, ਉਹ ਸਭ ਕੁਝ ਜਾਣਦੇ ਨੇ, ਸਭ ਕੁਝ ਪਤਾ ਹੈ। ਪਰ ਜਿਵੇਂ ਆਮ ਸਿੱਖ ਸੰਗਤਾਂ ਖੁਸ਼ ਹੋ ਰਹੀਆਂ ਨੇ, ਆਮ ਮਨੁੱਖ ਖੁਸ਼ ਹੋ ਰਹੇ ਨੇ, ਉਹਨਾਂ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਜੀ ਇਸ ਤਰ੍ਹਾਂ ਪ੍ਰਸੰਨ ਹੋ ਰਹੇ ਨੇ ਕਿ ਜਿਵੇਂ ਉਹ ਕੁਝ ਨਹੀਂ ਜਾਣਦੇ। ਨਰ ਸਮੁਦਾਇਨ ਮਹਿ ਤਬ ਭਣਿਓ, ਧਰੇ ਚੌਂਪ ਚਿਤ ਮਹਿ ਸਭ ਸੁਣਿਓ। ਫਿਰ ਸਾਰੀ ਸੰਗਤ ਵਿੱਚ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਨੇ ਉੱਚੀ ਆਵਾਜ਼ ਦੇ ਵਿੱਚ ਕਿਹਾ, ਭਾਈ ਸਿੱਖੋ ਹੁਣ ਸੁਣੋ।
ਔਰ ਬੜੇ ਚਾਅ ਦੇ ਨਾਲ ਇੱਕਦਮ ਸਾਰੇ ਖਾਮੋਸ਼ ਹੋ ਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਬਚਨਾਂ ਨੂੰ ਸੁਣਨ ਲੱਗੇ। ਔਰ ਸਤਿਗੁਰੂ ਜੀ ਨੇ ਸਾਰੀ ਸਿੱਖ ਸੰਗਤ ਨੂੰ ਸੁਣਾਇਆ, ਸਤਿਗੁਰ ਅਮਰਦਾਸ ਕੀ ਆਇਸ, ਲੈ ਪਿਤ ਹਮਰੇ ਏਠਾ ਆਇਸ। ਭਾਈ ਸਿੱਖੋ, ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਨਾਨਾ ਗੁਰੂ ਜੀ ਦੀ ਆਗਿਆ ਲੈ ਕੇ ਸਾਡੇ ਪਿਤਾ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਜੀ ਇਸੇ ਥਾਂ 'ਤੇ ਆਏ ਸਨ। ਪਾਵਨ ਤੀਰਥ ਕੋ ਬਿਦਤਾਵਨ, ਲਾਏ ਬ੍ਰਿੰਦ ਨਰ ਕੀਨ ਖਨਾਵਨ। ਇਸ ਪਾਵਨ ਤੇ ਪਵਿੱਤਰ ਅਸਥਾਨ ਨੂੰ, ਇਸ ਸਰੋਵਰ ਨੂੰ ਖੁਦਵਾਉਣ ਦੇ ਵਾਸਤੇ, ਪਟਾਉਣ ਵਾਸਤੇ ਧੰਨ ਗੁਰੂ ਰਾਮਦਾਸ ਜੀ ਨੇ ਇੱਥੇ ਅਨੇਕਾਂ ਸਿੱਖ ਲਾਏ ਸਨ। ਮਜ਼ਦੂਰ ਵੀ ਲੱਗੇ ਸਨ, ਸਿੱਖ ਵੀ ਲੱਗੇ ਸਨ, ਕੁਝ ਖੁਦਾਈ ਕੀਤੀ ਵੀ ਗਈ ਸੀ। ਨਹੀਂ ਸੰਪੂਰਨ ਕਾਰਜ ਹੋਵਾ, ਗੋਬਿੰਦ ਵਾਲ ਜਾਏ ਗੁਰ ਜੋਵਾ। ਔਰ ਧੰਨ ਗੁਰੂ ਅਰਜਨ ਦੇਵ ਜੀ ਦੱਸਦੇ ਨੇ ਕਿ ਗੁਰੂ ਪਿਤਾ ਜੀ ਜਦੋਂ ਸੇਵਾ ਕਰਾ ਰਹੇ ਸਨ, ਹਜੇ ਇਹ ਕਾਰਜ ਪੂਰਾ ਨਹੀਂ ਸੀ ਹੋਇਆ, ਕੁਝ ਕੁ ਪਟਾਈ ਹੋਈ ਸੀ ਕਿ ਧੰਨ ਗੁਰੂ ਰਾਮਦਾਸ ਗੁਰੂ ਪਿਤਾ ਜੀ ਗੋਬਿੰਦਵਾਲ ਸਾਹਿਬ ਚਲੇ ਗਏ। ਪੁਨ ਜਲ ਸੋ ਬਹਿ ਮ੍ਰਿਤਕਾ ਪਰੇ, ਖਨੇ ਥਾਏ ਸੋ ਪੂਰਨ ਕਰੇ। ਔਰ ਗੋਬਿੰਦਵਾਲ ਸਾਹਿਬ ਧੰਨ ਗੁਰੂ ਅਮਰਦਾਸ ਜੀ ਨੇ ਪਾਵਨ ਬਚਨ ਕਹਿ ਦਿੱਤੇ ਸਨ ਕਿ ਇਸ ਸਰੋਵਰ ਦੀ ਨਹੀਂ, ਹੁਣ ਪਹਿਲੋਂ ਸੰਤੋਖਸਰ ਸਰੋਵਰ ਦੀ ਸੇਵਾ ਕਰਾਓ। ਸਮਾਂ ਬੀਤ ਗਿਆ, ਫਿਰ ਧੰਨ ਗੁਰੂ ਰਾਮਦਾਸ ਜੀ ਨੇ ਉਹ ਸੇਵਾ ਉਸ ਤੋਂ ਅੱਗੇ ਨਹੀਂ ਕਰਾਈ ਤੇ ਸਮਾਂ ਜ਼ਿਆਦਾ ਪੈਣ ਕਰਕੇ, ਚਾਰੇ ਪਾਸੇ ਬਰਸਾਤਾਂ ਪੈਣ ਕਰਕੇ ਮਿੱਟੀ ਚਾਰ ਸਪੇਰੇ ਦੀ ਖੁਰ ਕੇ ਹੌਲੀ ਹੌਲੀ ਸਾਰੀਆਂ ਨਿਸ਼ਾਨੀਆਂ ਉਹਨੇ ਬੰਦ ਕਰ ਦਿੱਤੀਆਂ ਸਨ। ਚਿੰਨ ਮਾਤਰੇ ਜਾਣਿਓ ਜਾਏ, ਰਹੇ ਚਾਹੇ ਇਹ ਥਲ ਨਹਿ ਪਾਏ। ਬਸ ਨਿਸ਼ਾਨੀ ਮਾਤਰ ਇਹ ਜਿਹੜਾ ਜਲ ਇੱਥੇ ਰੁਕਿਆ ਹੈ ਇੱਥੇ, ਕਿਉਂਕਿ ਗੁਰੂ ਸਾਹਿਬ ਜੀ ਨੇ ਦੱਸਿਆ ਵੀ ਸੀ ਕੁਝ ਟੋਇਆ ਡੂੰਘਾ ਪੁੱਟਿਆ ਗਿਆ ਸੀ, ਇੱਥੇ ਖੁਦਾਈ ਕੁਛ ਜ਼ਿਆਦਾ ਹੋਈ ਸੀ। ਔਰ ਚਿੰਨ ਮਾਤਰ ਇੱਥੇ ਹੈ ਵੀ ਸੀ ਜਲ। ਔਰ ਅੱਜ ਇਹ ਬੀਬੀ ਰਜਨੀ ਇਹਦੇ ਪਤੀ ਨੇ ਇੱਥੇ ਇਸ਼ਨਾਨ ਕਰਕੇ ਜਿਹੜੀ ਇਹਨੂੰ ਦੇਹ ਰੁਕਤਾ ਮਿਲੀ ਹੈ ਉਹਨੇ ਇਹਨੂੰ ਪ੍ਰਗਟ ਕਰ ਦਿੱਤਾ ਹੈ। ਅਬ ਸਤਿਗੁਰ ਸਭ ਕਾਜ ਸਵਾਰੇ, ਉਦਮ ਕਰੋ ਸਿੱਖ ਅਨੁਸਾਰੇ। ਔਰ ਧੰਨ ਗੁਰੂ ਅਰਜਨ ਦੇਵ ਜੀ ਇਹ ਨਹੀਂ ਕਹਿੰਦੇ ਕਿ ਅਸੀਂ ਕਾਰਜ ਸਵਾਰ ਦਿੱਤੇ ਨੇ, ਅੱਜ ਥਾਂ ਪ੍ਰਗਟ ਹੋਈ ਹੈ। ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਗੁਰੂ ਸਾਹਿਬ ਨੇ ਕਾਰਜ ਸਵਾਰੇ ਨੇ। ਧੰਨ ਗੁਰੂ ਰਾਮਦਾਸ ਜੀ ਦੇ ਆਪਣੇ ਕਾਰਜ ਨੇ, ਉਹਨਾਂ ਆਪ ਹੀ ਸਵਾਰੇ ਨੇ। ਤੇ ਭਾਈ ਸਿੱਖੋ, ਹੁਣ ਉਦਮ ਕਰੋ, ਗੁਰੂ ਦੇ ਅਨੁਸਾਰ ਹੋਵੋ। ਧਨ ਤੇ ਤਨ ਤੇ ਮਨ ਤੇ ਬਚ ਤੇ, ਤੀਰਥ ਕਾਰ ਕਰੇ ਲਹਿ ਸੱਚ ਤੇ। ਭਾਈ ਸਿੱਖੋ, ਹੁਣ ਧਨ ਕਰਕੇ ਵੀ, ਕਿਉਂਕਿ ਪਟਾਈ ਹੋਣੀ ਹੈ, ਫਿਰ ਪੱਕੀਆਂ ਪੌੜੀਆਂ ਬਣਨੀਆਂ ਨੇ। ਧਨ ਭਾਵੇਂ ਰਾਜੇ ਨੇ ਬਹੁਤ ਭੇਜਿਆ, ਪਰ ਇਸ ਧਨ ਤੇ ਫਿਰ ਵੀ ਬੇਸ਼ੁਮਾਰ ਲੱਗਣਾ ਹੈ, ਧਨ ਦੀ ਵੀ ਲੋੜ ਹੈ। ਧਨ ਕਰਕੇ ਵੀ ਤੁਸੀਂ ਸਭ ਨੇ ਸੇਵਾ ਕਰਨੀ ਹੈ। ਔਰ ਧਨ ਦੇ ਨਾਲ ਨਾਲ ਮਨ ਜਿਹੜਾ ਹੈ, ਮਨ ਕਰਕੇ ਵੀ ਸੇਵਾ ਕਰਨੀ ਹੈ। ਤੀਰਥ ਕਾਰ ਕਰੇ ਲਹਿ ਸੱਚ ਤੇ, ਸੱਚ ਨਾਲ ਜੁੜ ਕੇ ਇਸ ਤੀਰਥ ਦੀ, ਇਸ ਅੰਮ੍ਰਿਤ ਸਰੋਵਰ ਦੀ ਭਾਈ ਸੇਵਾ ਕਰਨੀ ਹੈ। ਜਹ ਕਹਤੇ ਮਜੂਰ ਜਲ ਆਵੈ, ਕਰੇ ਕਾਰ ਮਿਹਨਤ ਨਿਤ ਪਾਵੈ। ਸਤਿਗੁਰ ਕਹਿੰਦੇ ਨੇ ਭਾਈ ਜਿੱਥੇ ਵੀ ਮਜ਼ਦੂਰੀ ਕਰਨ ਵਾਲੇ ਦਿਹਾੜੀਦਾਰ ਨੇ, ਨੇੜੇ ਦੂਰ ਪਿੰਡਾਂ ਤੱਕ ਸਿਨਾ ਪਹੁੰਚਾ ਦਿਓ ਕਿ ਜਿੰਨੇ ਆ ਸਕਦੇ ਨੇ ਸਾਰੇ ਆਉਣ। ਮਜ਼ਦੂਰ ਦਿਹਾੜੀ ਕਰਨ, ਸ਼ਾਮ ਨੂੰ ਆਪਣੀ ਦਿਹਾੜੀ ਲੈ ਕੇ ਜਾਣ। ਪੰਚਾਮ੍ਰਿਤ ਕਰਵਾਏ ਸੋ ਘਣੋ, ਕਰ ਅਰਦਾਸ ਨਮੋ ਗੁਰ ਭਣੋ। ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਭਾਈ ਇਸ ਅੰਮ੍ਰਿਤ ਸਰੋਵਰ ਦੀ ਸੇਵਾ ਸ਼ੁਰੂ ਕਰਨੀ ਹੈ। ਵੱਡੇ ਮਾਤਰਾ ਦੇ ਵਿੱਚ ਕੜਾਹ ਪ੍ਰਸ਼ਾਦ ਦੇਗ ਤਿਆਰ ਕਰੋ। ਕੜਾਹ ਪ੍ਰਸ਼ਾਦ ਤਿਆਰ ਹੋ ਗਿਆ। ਧੰਨ ਗੁਰੂ ਅਰਜਨ ਦੇਵ ਜੀ ਨੇ ਹੱਥ ਜੋੜ ਕੇ ਸਭ ਤੋਂ ਪਹਿਲੋਂ ਆਪ ਅਰਦਾਸ ਬੇਨਤੀ ਕੀਤੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਅਰਦਾਸ ਬੇਨਤੀ ਕਰਦੇ ਨੇ। ਧੰਨ ਗੁਰੂ ਨਾਨਕ ਸਾਹਿਬ ਜੀ, ਗੁਰੂ ਅੰਗਦ ਦੇਵ ਜੀ, ਧੰਨ ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਉਹ ਸਤਿਗੁਰੂ ਜੀ ਆਪ ਜੀ ਦੇ ਕਾਰਜ ਨੇ, ਆਪ ਹੀ ਸਵਾਰਨੇ ਨੇ। ਸਿੱਖਾਂ ਨੂੰ, ਸੰਗਤਾਂ ਨੂੰ ਸੇਵਾ ਕਰਨ ਦਾ ਬਲ ਬਖਸ਼ਿਸ਼ ਕਰੋ। ਨਰ ਸਮੁਦਾਇ ਮਹਿ ਵਰਤਾਇਓ,
ਕਰਿਓ ਮਹੂਰਤ ਬਿਘਨ ਨਿਸਾਇਓ। ਕੜਾ ਪ੍ਰਸ਼ਾਦ ਦੀ ਦੇਗ ਅਰਦਾਸ ਕਰਕੇ ਸਿੱਖ ਸੰਗਤਾਂ ਦੇ ਵਿੱਚ ਵਰਤਾ ਦਿੱਤੀ ਗਈ। ਇਸ ਅੰਮ੍ਰਿਤ ਸਰੋਵਰ ਦੀ ਸੇਵਾ ਜਿਹੜੀ ਹੈ ਉਹ ਹੁਣ ਸ਼ੁਰੂ ਕਰ ਦਿੱਤੀ। ਤੀਖਨ ਖਨਣੀ ਲੈ ਕਰ ਹਾਥ, ਮ੍ਰਿਤਕਾ ਖਣੇ ਪ੍ਰਥਮ ਗੁਰਨਾਥ। ਕਹਿੰਦੇ ਇੱਕ ਸੋਹਣੀ ਤਿੱਖੀ ਨਵੀਂ ਕਹੀ ਲੈ ਕੇ ਸਭ ਤੋਂ ਪਹਿਲੋਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪ ਉਸ ਅੰਮ੍ਰਿਤ ਸਰੋਵਰ ਦੀ ਜੇ ਤੂੰ ਸੇਵਾ ਕਰਨੀ ਹੈ ਮਿੱਟੀ ਆਪ ਪੱਟੀ। ਇਹ ਕਹਿ ਲਈ ਕਿ ਟੱਕ ਲਾਇਆ, 5 ਟੱਕ ਲਾ ਕੇ ਇੱਕ ਤਸਲਾ ਇੱਕ ਟੁਕੜਾ ਮਿੱਟੀ ਦਾ ਗੁਰੂ ਸਾਹਿਬ ਜੀ ਨੇ ਆਪ ਭਰਿਆ ਹੈ। ਸਗਰੇ ਸਿੱਖ ਆਗਿਆ ਕੋ ਪਾਏ, ਲਗੇ ਸੇਵ ਕੋ ਚੌਂਪ ਉਪਾਏ। ਜਦੋਂ 5 ਵਾਰੀ ਟੱਕ ਮਾਰਿਆ, ਇੱਕ ਟੋਕਰੀ ਜਿਹੜਾ ਟੋਕਰਾ ਹੈ ਮਿੱਟੀ ਦਾ ਭਰ ਦਿੱਤਾ ਤੇ ਸਾਰੇ ਸਿੱਖਾਂ ਨੇ ਹੱਥ ਜੋੜ ਕੇ ਅਰਦਾਸ ਬੇਨਤੀ ਕੀਤੀ, ਸਤਿਗੁਰੂ ਜੀ ਹੁਣ ਸਾਨੂੰ ਆਗਿਆ ਬਖਸ਼ੋ, ਅਸੀਂ ਸੇਵਾ ਸ਼ੁਰੂ ਕਰੀਏ। ਔਰ ਗੁਰੂ ਸਾਹਿਬ ਦੀ ਆਗਿਆ ਲੈ ਕੇ ਬੜੇ ਚਾਅ ਦੇ ਨਾਲ ਸਾਰੇ ਸਿੱਖ ਇਸ ਅੰਮ੍ਰਿਤ ਸਰੋਵਰ ਦੀ ਪਟਾਈ ਦੀ ਸੇਵਾ ਦੇ ਵਿੱਚ ਲੱਗੇ ਨੇ। ਕਿਨਹੂ ਕਹੇ ਖਨਣੀ ਕਰ ਮਾਹੀ, ਖਣੇ ਕਰੇ ਥਲ ਪ੍ਰੇਮ ਉਮਾਹੀ। ਕਹਿੰਦੇ ਕਿਸੇ ਨੇ ਹੱਥ ਵਿੱਚ ਕਹੀ ਫੜੀ, ਕਈ ਲੈ ਕੇ ਸਿਰਫ ਉਹ ਮਿੱਟੀ ਅੱਗੇ ਅੱਗੇ ਪੁੱਟਦੇ ਨੇ। ਕਿਸੇ ਨੇ ਕਈਆਂ ਫੜੀਆਂ ਨੇ, ਉਹ ਪਿੱਛੋਂ ਕਈਆਂ ਦੇ ਨਾਲ ਮਿੱਟੀ ਜਿਹੜੀ ਟੋਕਰਿਆਂ ਦੇ ਵਿੱਚ ਭਰੀ ਜਾਂਦੇ ਨੇ। ਕਿਨਹੂ ਟੋਕਰੇ ਸਿਰ ਪਰ ਧਰੀ, ਬਹੁਤ ਭਾਰ ਹਾਥਨ ਸੋ ਭਰੀ। ਕਹਿੰਦੇ ਕੋਈ ਟੋਕਰੀ ਸਿਰ ਤੇ ਚੁੱਕ ਚੁੱਕ ਕੇ ਭੱਜ ਭੱਜ ਕੇ ਮਿੱਟੀ ਬਾਹਰ ਸੁੱਟ ਰਿਹਾ ਹੈ। ਜੇ ਕਿਸੇ ਨੂੰ ਕਈ ਨਹੀਂ ਮਿਲੀ, ਕਿਉਂਕਿ ਸਿੱਖ ਸੰਗਤਾਂ ਸੈਂਕੜਿਆਂ ਦੀ ਗਿਣਤੀ ਵਿੱਚ ਸਨ, ਇੰਨੀਆਂ ਕਈਆਂ ਨਹੀਂ ਸਨ, ਕਿ ਜੇ ਕਿਸੇ ਨੂੰ ਕਈ ਨਹੀਂ ਮਿਲੀ, ਮਿੱਟੀ ਦੇਖਿਆ ਕਿ ਪੱਟੀ ਪਈ, ਉਹਨਾਂ ਹੱਥਾਂ ਦੇ ਨਾਲ ਟੋਕਰੀਆਂ ਭਰਨੀਆਂ ਸ਼ੁਰੂ ਕਰ ਦਿੱਤੀਆਂ। ਕੇਤਕ ਲੈ ਕਰ ਵਹਿਰ ਗਿਰਾਵੇਂ, ਕੋ ਕਹਿ ਕਰ ਉਤਸ਼ਾਹ ਵਧਾਵੇਂ। ਕਈ ਟੋਕਰੀਆਂ ਭਰ ਭਰ ਕੇ ਬਾਹਰ ਸੁੱਟਦੇ ਨੇ। ਔਰ ਕਈ ਜਿਹੜੇ ਧਨ ਕਰਕੇ ਸੇਵਾ ਨਹੀਂ ਕਰ ਸਕਦੇ, ਆਪਣੇ ਕੋਲੋਂ ਕੁਝ ਧਨ ਦਿੰਦੇ ਨੇ ਦਿਹਾੜੀਦਾਰਾਂ ਨੂੰ ਕਿ ਇਹਨੇ ਦਿਹਾੜੀਦਾਰਾਂ ਦੀ ਸੇਵਾ ਮੈਂ ਕਰਾਂਗਾ। ਉਹ ਤਨ ਕਰਕੇ ਸੇਵਾ ਨਹੀਂ ਕਰ ਸਕਦੇ, ਧਨ ਦਿੱਤਾ ਹੈ ਨਾਲ ਮਨ ਕਰਕੇ ਸੇਵਾ ਕਰਾਉਂਦੇ ਨੇ। ਸਤਿਨਾਮ ਵਾਹਿਗੁਰੂ ਦਾ ਜਾਪ ਜਪਾਉਂਦੇ ਨੇ, ਇੱਕ ਦੂਜੇ ਦਾ ਹੌਸਲਾ ਬਣਾਉਂਦੇ ਨੇ, ਚਲੋ ਭਾਈ ਛੇਤੀ ਦੇ ਨਾਲ ਕਰੋ, ਭੱਜ ਭੱਜ ਕੇ ਚੱਲੋ। ਅਤ ਆਨੰਦਤਾ ਉਰ ਮੈਂ ਹੋਈ, ਕਾਰ ਤਲਾਵ ਲੱਗੇ ਸਭ ਕੋਈ। ਸਿੱਖ ਸੰਗਤਾਂ ਦੇ ਵਿੱਚ ਬੜਾ ਹੀ ਆਨੰਦ, ਬੜਾ ਹੀ ਉਤਸ਼ਾਹ ਹੈ ਕਿ ਇਸ ਅੰਮ੍ਰਿਤ ਸਰੋਵਰ ਦੀ ਸੇਵਾ ਜਿਹੜੀ ਸ਼ੁਰੂ ਹੋ ਗਈ ਹੈ। ਆਪ ਖਰੇ ਹੋਏ ਸਭਨ ਮਝਾਰੇ, ਕਾਰ ਕਰਾਵੇਂ ਗੁਰ ਉਪਕਾਰੀ। ਧੰਨ ਗੁਰੂ ਅਰਜਨ ਦੇਵ ਜੀ ਜਿਹੜੇ ਪਰਉਪਕਾਰੀ ਨੇ, ਉਹ ਆਪ ਸਿੱਖ ਸੰਗਤਾਂ ਦੇ ਵਿੱਚ ਖਲੋ ਕੇ ਸੇਵਾ ਕਰਾ ਰਹੇ ਨੇ। ਦੇਖਤ ਕਾਰ ਚੌਗਣੀ ਹੋਏ, ਉਦਮ ਕਰੇ ਅਧਿਕ ਸਭ ਕੋਏ। ਤੇ ਜਦੋਂ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਆਪ ਵਿੱਚ ਖਲੋ ਕੇ ਵੇਖਦੇ ਨੇ ਤੇ ਸੇਵਾ ਜਿਹੜੀ ਹੈ ਉਹ ਚੌਗੁਣੀ ਹੁੰਦੀ ਹੈ। ਔਰ ਦੇਖੋ ਜਦੋਂ ਮਾਲਕ ਹੋਵੇ ਨਾ, ਭਾਵੇਂ ਦਿਹਾੜੀਦਾਰ ਵੀ ਲਾਏ ਹੋਣ, ਠੇਕੇਦਾਰ ਵੀ ਲਾਏ ਹੋਣ, ਮਾਲਕ ਜਦੋਂ ਸਿਰ 'ਤੇ ਹੋਵੇ ਫਿਰ ਕੰਮ ਕਰਦੇ ਵੀ ਜ਼ਿਆਦਾ ਨੇ, ਕਰਦੇ ਵੀ ਧਿਆਨ ਨਾਲ ਨੇ। ਇੱਥੇ ਦਿਹਾੜੀਦਾਰ ਵੀ ਦੇਖਦੇ ਨੇ, ਸਿੱਖ ਸੰਗਤਾਂ ਵੀ ਪ੍ਰੇਮ ਨੂੰ ਵੇਖਦੀਆਂ ਨੇ ਕਿ ਗੁਰੂ ਸਾਹਿਬ ਜੀ ਆਪ ਖੜੇ ਨੇ। ਉਹ ਜਿਹੜੀ ਸੇਵਾ ਹੈ ਉਸ ਕਰਕੇ 4 ਗੁਣਾ ਵੱਧ ਹੋ ਰਹੀ ਹੈ। ਸਗਰੇ ਦਿਨ ਮੈਂ ਕਾਰ ਕਰਾਵੇਂ, ਸੰਧਿਆ ਗ੍ਰਾਮ ਵਿਖੇ ਚਲੇ ਜਾਵੇਂ। ਕਹਿੰਦੇ ਸਾਰਾ ਦਿਨ ਇਸੇ ਤਰ੍ਹਾਂ ਧੰਨ ਗੁਰੂ ਅਰਜਨ ਦੇਵ ਜੀ ਸੇਵਾ ਕਰਾਉਂਦੇ ਨੇ। ਸ਼ਾਮ ਨੂੰ ਨਗਰ ਵਿੱਚ ਚਲੇ ਜਾਂਦੇ ਨੇ ਗੁਰੂ ਕੇ ਚੱਕ। ਦੇਗ ਹੋਏ ਗੁਰ ਕੇ ਦਰਬਾਰਾ, ਸ਼ੁੱਧਤ ਸਰਬ ਤਹ ਖਾਏ ਆਹਾਰਾ। ਗੁਰੂ ਦਰਬਾਰ ਵਿੱਚ ਜਿਹੜੀ ਦੇਗ ਹੈ, ਲੰਗਰ ਹੈ, ਉਹ ਤਾਂ ਸਵੇਰ ਤੋਂ ਤਿਆਰ ਹੋਣਾ ਸ਼ੁਰੂ ਹੋ ਜਾਂਦਾ ਹੈ। ਸ਼ਾਮ ਨੂੰ ਸੋਧਰ ਦੀ ਚੌਂਕੀ ਤੋਂ ਬਾਅਦ ਇਹ ਲੰਗਰ ਵਰਤਾਇਆ ਜਾਂਦਾ। ਸਾਰੀਆਂ ਸਿੱਖ ਸੰਗਤਾਂ ਇੱਥੋਂ ਲੰਗਰ ਛਕਦੀਆਂ ਨੇ। ਇੱਕ ਦਿਨ ਗੁਰ ਸੰਤੋਖ ਸਰ ਗਏ, ਸਿੱਖ ਗਣ ਸੰਗ ਪਿਖਤ ਬਿਗ ਸਏ। ਕਿਉਂਕਿ ਉੱਧਰੋਂ ਸੰਤੋਖ ਸਰ ਦੀ ਵੀ ਪਟਾਈ ਕੁਛ ਹੋਰ ਸੀ, ਉੱਧਰ ਵੀ ਚੱਲਦੀ ਹੈ। ਇੱਧਰ ਅੰਮ੍ਰਿਤ ਸਰੋਵਰ ਦੀ ਵੀ ਪਟਾਈ ਹੋ ਰਹੀ ਹੈ। ਧੰਨ ਗੁਰੂ ਅਰਜਨ ਦੇਵ ਜੀ ਇੱਕ ਦਿਨ ਸੰਤੋਖ ਸਰ ਗਏ, ਉੱਥੇ ਸੇਵਾ ਕਰਨ ਵਾਲੇ ਸਿੱਖ ਵੇਖ ਕੇ ਬੜੇ ਪ੍ਰਸੰਨ ਹੋਏ। ਤਟ ਪਰ ਖਰੇ ਹੋਏ ਕਹਿ ਬਾਨੀ, ਇਸ ਕੇ ਮਹਿਮਾ ਹੋਏ ਮਹਾਨੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਸੰਤੋਖ ਸਰ ਦੇ
किनारे के उत्ते कंढे उत्ते खलो के बचन करते हैं, भाई सिखो इस सरोवर की भी महिमा बड़ी महान होएगी। होए संतोख सार सारथ नामू, समा पाए बन है अबिरामू। भाई क्योंकि इस सरोवर का नाम धन गुरु रामदास जी ने आप रखवाया संतोख सर। और ये जड़ा संतोख सर नाम है एक दिन सखारत भी जरूर होएगा, क्योंकि नाम रख लेना कुछ होर है, उस नाम को फिर सखारता करना ये बड़ी वड्डी गल होंदी है। कि इत्थे विच जिहड़ा भी आके भावना नाल श्रद्धा नाल इशनान करेगा उन्होंने संतोख भी मिलेगा। और संतोख जिहड़ा मिलता किसी विरले टापे नूं है। और धन गुरु अर्जन देव जी के पावन बचन सुखमनी साहिब दे विच आपां पढ़दे हां, लखां मिल जाण करोड़ां मिल जाण भावें पता ही नहीं किन्ने को मिल जाना, पर बंदा नहीं रजदा उदों तक जदों तक संतोख ना मिले। तो संतोख बख्शना गुरु ने है, बिना संतोख नहीं को रज है। और नाल ही कहंदे ने सुपन मनोरथ बिरथे सब कज है। एक कीते हुए कारज है सारे व्यर्थ है कि सुपने की तरह, पर संतोख तो बिना बंदा क्योंकि रजदा नहीं ना। और सतगुरु जी बचन करते हैं भाई तो संतोख भी मिलेगा। होए चौं तिस पाको चौं कौन, इसमें मंजे गए नर जौन। सतगुरु जी कहते हैं जो चार चफेरे ये पक्का हो जाएगा, पौड़ियाँ पक्कियां बन जाएंगे। जेड़ा भी सिख भावना नाल मज्जाहेंगे नर जौन, जेड़े भी सिख जेड़े भी लोग इत्थे आके इशनान करनगे। सतनामो सिमरै गुरबानी, केतक समहो सोमै जे प्रानी। कहते सतनाम वाहिगुरु का सिमरन करते हुए इशनान करके जेड़े प्राणी काफ़ी समा तक इत्थे सेवा करन आउणगे, अज भी करते हैं, उदों भी जेड़े करन आउणगे। तिन के रूप जे संतोख, सगरे तजे कलेश रो दोख। उन्हां दे अंदर संतोख पैदा होएगा। शरधा भावना वाले था कि इशनान करनगे, जेड़े सेवा करनगे उन्हां दे सारे कल कलेश खत्म हो जाणगे। जथा लाभ संतोख विसाला, ऐह मुक्ते सतगुण जाला। जिवें सतगुरु कहंदे ने सब तो वड्डा संतोख दे विच लाभ है। संतोख मिल जे समझो सब तो वड्डा लाभ प्राप्त कर लिया। सारे गुणां दे दाते सतगुरु जी कहंदे ने भाई ये संतोख सब तो वड्डा एक मुख गुण है। पाए सिख सुख लहे सदीवा, ये गुण सिख प्राप्त करनगे, ये संतोख सिखां नूं आएगा। महा महात्म तीरथ तीवा, अमृत सरोवर का महात्म तो होना ही होना है। और सतगुरु कहते हैं इस संतोख सर का भी बड़ा वड्डा महात्म होएगा। अब श्री अमृतसर की कार, गुर आज्ञा को सिर पर धार। सतगुरु जी हुण अमृतसर की सेवा करवाते हैं। गुरु की आज्ञा सिखा ने सिर मत्थे प्रवान की। संतोख सर की जिहड़ी खुदाई होनी सी, पटवाई होनी सी, वो लगभग पूरी होगी। करवावे पूर्व खनवाए, पाक इंट का सोचनवाए। सतगुरु जी कहते हैं पहला अमृत सरोवर की भी खुदवाई करवावांगे, फिर उन्हें चलो इट्टां जिहड़ियां ने वो पक्कियां हो जाणगीआं। इट्टां दे नाल चनवाई जदों होएगी, इन्हां दे विच चनवाई पौड़ियां दी बाद विच करवावांगे। हर मंदिर सुंदर सिरजै है, गुर दरबार सदा जह हैव है। सतगुरु कहते हैं उस अमृत सरोवर दे ऐन विचकार एक बड़ा सोहना हरि का मंदिर बनाना है कि जिथे सदा ही ते जुगो जुग अटल गुरु का दरबार रहना है, जिथे जुगो जुग अटल गुरु ने हर वेले रहना है। इम कह श्री गुर कृपा निधान, चित में चाहे बने सुपान। इस तरह कह के कृपा निधान सतगुरु जी भजन करते हैं और चाहते हैं कि जिन्नी छेती होवे पटवाई वो होवे, बड़ियां सोहनियां पौड़ियां जिहड़ियां पक्कियां बन। नित प्रत बैठे तट पर जाए, संगत सगरे सेवक माए। निता प्रति हर रोज सतगुरु जी सरोवर के किनारे ते बैठते हैं, सिख संगत चाह दे नाल सेवा करदियां ने।
खण खण मृत का वहर निकारे, तर सरदा गुर धन उचारे। कि सिख संगतां मिट्टी पुट पुट के सिर ते चुक चुक के नाले बाहर सुटदियां ने, ते नाले धन गुरु धन गुरु धन गुरु रामदास जी कहते हुए सिख बड़े चाह दे नाल सेवा करते हैं। कबियो वाच चौपई, केतक सिख साखी ये कहें, श्री गुरु रामदास ते लहैं। कवि संतोख सिंह जिथे कहते हैं कि कई जिहड़े सिख ने ये जिहड़ी जोगी वाली साखी जिहड़ा जोगी संतोख साहब दे विचों निकलिया, वो ये भी मानते हैं कि वो गुरु रामदास दे समय निकलिया सी। निकस्यो जोगी तिनों हदूर, पिंगल को दुख होयो दूर। और जिहड़ा पिंगले का दुख इशनान करके दूर होया, कुछ कोई इतिहासकार कुछ कुछ सिख ये भी मानते हैं कि वो भी धन गुरु रामदास जी के समय के विच होया। परशोतनोत्तर इस ते हित करनो, सो मैं नहीं ग्रंथ मह बरनो। इस वास्ते कवि संतोख सिंह जी कर इत्थे बेनती करके कहते हैं कि प्रश्न उत्तर जिहड़ा करना है इस ग्रंथ विच उनका मैं वर्णन नहीं किया। कि जिहड़े सिख कुछ मनते हैं कि गुरु रामदास जी के समय च है, तो कुछ मनते हैं कि धन गुरु अर्जन देव जी के समय च है। पर कवि संतोख सिंह जी यही मनते हैं कि दोवें साखियां धन गुरु अर्जन देव जी के समय च होईयां। बिना खणे जल कैसे तहाँ, इत्यादक तर्कण गण महा। क्योंकि जिहड़े ये मनते हैं ना धन गुरु रामदास जी के समय की साखी है, वो तर्क देंदे ने कि जे खुदवाई नहीं सी हुई फिर खुदवाई तो बिना उत्थे पानी किवें टिके। पर बहुत सारे इतिहासकार मनते हैं, अज भी वो थां आप जी वेखदे हो सारे अमृतसर नालों नीवीं है, क्योंकि पानी की ढाब सी। वो पानी तो उत्थे कुदरती तौर पर जो धन गुरु नानक साहब जी गए सी उदों भी खड़ा होया सी। जे गुर रामदास ते हुआ, तोपे इष्टापत हम जुवा। ते कवि संतोख सिंह जी कहते हैं कि असीं इस वाद विवाद दे विच पैना ही नहीं कि जे ये धन गुरु रामदास के समय चलो साखियां हुई कुछ मनते हैं, तो फिर भी असीं तो गुरु साहब के अनुकूल ही रहना है। किरपा तो गुरु साहब की हुई। महिमा सतगुरु की इस भांत, पढ़त सुनत चित उपजत शांत। कवि संतोख सिंह जी लिखते हैं क्योंकि ये जिहड़ी महिमा है ये गुरु साहब जी करके प्रगट हुई। वो भावें ये मान लो कि गुरु रामदास जी करके हुई, भावें ये मान लो कि गुरु अर्जन देव जी के समय हुई, पर हुई तो गुरु साहब जी करके। इस करके सानू तो गुरु साहब जी को धन ही कहना बनता है। गुर जस करण हमारो आशय, सूरज सम जग महाप्रकाश है। तो कवि संतोख सिंह जी लिखते हैं कि साडा आशा तो केवल गुरु साहब की महिमा लिखना है, उन्होंने जस करना है कि जिहड़ा संसार दे विच सूरज दे वांग प्रकाशमान होवे। इस करके ग्रंथ नाम भी गुर प्रताप सूरज रखिया है। संशय उडगण भरम तम नासी, बिगसावत सिख पंकज रासी। इस करके कवि संतोख सिंह जी कहते हैं असीं इन्हां भरमां दे विच पैणे नहीं। ये भरम जिहड़े ने वो तारियां दे वांगू अलोप हो गए, क्योंकि गुरु सूरज का प्रकाश होया। कि ये साखी भावें किहड़े गुरु साहब की असीं इस भरम दे विच नहीं पैना। जे कोई कहता धन गुरु अर्जन देव जी के समय की है तो उन्होंने भी सत बचन करके मान लो। जे कोई कहता गुरु रामदास के समय की है, क्योंकि जोत एक ही है ना। तो कवि संतोख सिंह जी कहते हैं इनू भी सत करके मान लो। इत्थे कवि संतोख सिंह जी ने यह अध्याय खत्म किया है। अगला अध्याय अध्याय नंबर 40 कि जिंदे विच गुरु के सिख जिहड़े स्रोते ने वो सवाल करते हैं कि इत्थे जिहड़े जिहड़े सिख सेवा करते सन उन्हां दे प्रसंग की ने, किवें किवें सेवा की। दोहरा श्री अमृतसर कार को लगे मनुख समुदाय, सदा बरत श्री गुर करियो करे काम ना पाए। अमृत सरोवर की कार सेवा करने वास्ते बहुत सारे मनुख गुरु के सिख लगे ने, बहुत सारे मेहनती मजदूर दिहाड़ीदार लगे ने।
ਗੁਰੂ ਸਾਹਿਬ ਜੀ ਨੇ ਇੱਥੇ ਸਦਾ ਵਰਤ ਲਾ ਦਿੱਤਾ, ਭਾਵ ਕਿ ਉਹ ਲੰਗਰ ਲਾਇਆ। ਇੱਕ ਲੰਗਰ ਤੇ ਉਹ ਹੈ ਕਿ ਜਿਹੜਾ ਪ੍ਰਸ਼ਾਦੇ ਵਾਲਾ ਲੰਗਰ ਉਹ ਤੇ ਚੱਲਦਾ ਹੀ ਹੈ। ਇੱਥੇ ਗੁਰੂ ਸਾਹਿਬ ਜੀ ਨੇ ਸਭ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਨ ਵਾਲਾ ਵੀ ਨਾਲ ਨਾਲ ਲੰਗਰ ਲਾਇਆ ਹੈ। ਕੋ ਨਿਜ ਢਿੱਗ ਤੇ ਕਰੇ ਆਹਾਰਾ, ਨਿਸ ਦਿਨ ਕਰੇ ਤਾਲ ਕੇ ਕਾਰਾ। ਕੋਈ ਭਾਵਨਾ ਵਾਲੇ ਜਿਹੜੇ ਨੇੜੇ ਨੇੜੇ ਪਿੰਡਾਂ ਵਾਲੇ ਕੁਝ ਨੇ ਸਿੱਖ, ਉਹ ਸਾਰਾ ਦਿਨ ਗੁਰੂ ਘਰ ਵਿੱਚ ਸੇਵਾ ਕਰਦੇ ਨੇ, ਪਰ ਪ੍ਰਸ਼ਾਦਾ ਜਿਹੜਾ ਉਹ ਆਪਣੇ ਘਰੋਂ ਬਣਾ ਕੇ ਲਿਆਉਂਦੇ ਨੇ। ਦੁਪਹਿਰੇ ਛਕਣਾ ਹੈ, 2-4 ਫੁਲਕੇ ਘਰੋਂ ਬਣਾ ਲਿਆਉਣੇ, ਸ਼ਾਮ ਨੂੰ ਘਰੇ ਜਾ ਕੇ ਛਕਣਾ। ਜਿਤ ਦਿਸ ਅਧਿਕ ਖੁਨਵਾਵਣ ਚਾਹੈ, ਤਿਤ ਸ੍ਰੀ ਅਰਜਨ ਪਦਕਾਰ ਜਾਹੈ। ਹੁਣ ਅੰਮ੍ਰਿਤ ਸਰੋਵਰ ਦੀ ਸੇਵਾ ਹੁੰਦੀ ਹੈ ਤੇ ਧੰਨ ਗੁਰੂ ਅਰਜਨ ਦੇਵ ਜੀ ਜਿਹੜੇ ਪਾਸੋਂ ਕਹਿੰਦੇ ਨੇ ਕਿ ਇਸ ਪਾਸੋਂ ਭਾਈ ਜ਼ਿਆਦਾ ਡੂੰਘਾ ਪੱਟੂ, ਉੱਥੇ ਸਤਿਗੁਰੂ ਜੀ ਆਪਣੇ ਚਰਨਾਂ ਨਾਲ ਆਪ ਚੱਲ ਕੇ ਜਾਂਦੇ ਨੇ, ਉੱਥੇ ਖਲੋਂਦੇ ਨੇ ਔਰ ਗੁਰੂ ਕੇ ਸਿੱਖ ਉਸੇ ਤਰ੍ਹਾਂ ਉਸ ਪਾਸੋਂ ਪਟਾਈ ਸ਼ੁਰੂ ਕਰ ਦਿੰਦੇ ਨੇ। ਫਰਸ ਹੋਏ ਬੈਠੇ ਗੁਰ ਗਾਦੀ, ਕਰੇ ਦਾਸ ਕ੍ਰਿਤ ਹੀਣ ਪ੍ਰਮਾਦੀ। ਗੁਰੂ ਕੇ ਸਿੱਖ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਗੱਦੀ ਵਿਛਾਉਂਦੇ ਨੇ ਔਰ ਗੁਰੂ ਗੱਦੀਦਾਰ ਤੇ ਨਹੀਂ ਸੀ ਕਿ ਬੜਾ ਵੱਡਾ ਸੋਫਾ ਲੱਗਦਾ ਹੈ, ਇੱਕ ਸਾਫ ਕੱਪੜਾ ਚਾਦਰ ਵਿਛਾ ਦਿੰਦੇ ਸਨ। ਸਤਿਗੁਰੂ ਜੀ ਤੁਸੀਂ ਬੈਠੋ। ਸਤਿਗੁਰੂ ਜੀ ਬੈਠਦੇ ਨੇ, ਸਿੱਖ ਸੰਗਤਾਂ ਸਾਵਧਾਨ ਹੋ ਕੇ ਸੇਵਾ ਕਰਦੀਆਂ ਨੇ। ਗੁਰ ਦਰਸ਼ਨ ਦਰਸੈ ਦਿਨ ਸਾਰੇ, ਧਰੇ ਆਨੰਦ ਹੋਏ ਦੁਗਣੀ ਕਾਰੇ। ਸਾਰਾ ਦਿਨ ਨਾਲੇ ਗੁਰੂ ਕੇ ਸਿੱਖ ਆਉਂਦੇ ਜਾਂਦੇ ਸਤਿਗੁਰੂ ਦੇ ਦਰਸ਼ਨ ਕਰਦੇ ਨੇ ਔਰ ਜਿਵੇਂ ਜਿਵੇਂ ਦਰਸ਼ਨ ਕਰਦੇ ਨੇ ਉਵੇਂ ਉਵੇਂ ਕਾਰ ਸੇਵਾ ਵੀ ਦੁਗਣੀ ਹੁੰਦੀ ਹੈ। ਦੁਖ ਭੰਜਨ ਢਿੱਗ ਧਰਾ ਕਰਾਵੇਂ, ਤਹਿ ਗੁਰ ਬੈਠੇ ਕਾਰ ਕਰਾਵੇਂ। ਜਿਹੜੀ ਦੁੱਖ ਭੰਜਨੀ ਬੇਰੀ ਹੈ, ਗੁਰੂ ਕੇ ਸਿੱਖ ਇੱਥੇ ਗੁਰੂ ਸਾਹਿਬ ਦਾ ਬਸਤਰ ਵਿਛਾਉਂਦੇ ਨੇ, ਗੱਦੀ ਲਾਉਂਦੇ ਨੇ ਕਿ ਸਤਿਗੁਰੂ ਜੀ ਆਪ ਜੀ ਬੈਠੋ। ਦੁੱਖ ਭੰਜਨੀ ਬੇਰੀ ਦੇ ਥੱਲੇ ਗੁਰੂ ਸਾਹਿਬ ਜੀ ਬੈਠ ਕੇ ਸੇਵਾ ਕਰਾਉਂਦੇ ਨੇ। ਜਬ ਇਸ ਦਿਸ ਤੇ ਖਨਿਓ ਮਹਾਨਾ, ਅਪਰਥਾਨ ਬੈਠਣ ਕੋਠਾਨਾ। ਜਦੋਂ ਦੁੱਖ ਭੰਜਨੀ ਬੇਰੀ ਵਾਲੇ ਪਾਸੋਂ ਬਹੁਤ ਦੂਰ ਤੱਕ ਬਹੁਤ ਡੂੰਘਾ ਸਰੋਵਰ ਪੱਟਿਆ ਗਿਆ ਤੇ ਸਤਿਗੁਰੂ ਕਹਿੰਦੇ ਨੇ ਭਾਈ ਹੁਣ ਦੂਸਰੇ ਪਾਸੇ ਬੈਠਾਂਗੇ। ਸਿੱਖ ਚਾਦਰ ਜਿਹੜੀ ਨੂੰ ਉੱਥੇ ਜਾ ਕੇ ਵਿਛਾ ਦਿੰਦੇ ਨੇ। ਦਵਾਰ ਦਰਸ਼ਨੇ ਜਿਸ ਤਲ ਕਰਿਓ, ਦੱਖਣ ਦਿਸ ਬਦਰੇ ਤਰਖਰਿਓ। ਜਿੱਧਰ ਦਰਸ਼ਨੀ ਦਿਉੜੀ ਦਾ ਦਰਵਾਜ਼ਾ ਹੈ, ਦੱਖਣ ਵਾਲੇ ਪਾਸੇ ਜਿੱਥੇ ਬੇਰੀ ਹੈ, ਜਿਹਨੂੰ ਲਾਚੀ ਬੇਰੀ ਵੀ ਕਿਹਾ ਜਾਂਦਾ ਹੈ, ਤਹਾਂ ਜਾਏ ਬੈਠੇ ਗੁਰਪੂਰਨ। ਮ੍ਰਿਤਕਾ ਖਣੇ ਨਿਕਾਸੇ ਤੂਰਨ। ਫਿਰ ਗੁਰੂ ਸਾਹਿਬ ਜੀ ਉਸ ਇਲਾਚੀ ਬੇਰੀ ਵਾਲੇ ਪਾਸੇ ਜਾ ਕੇ ਬੈਠਦੇ ਨੇ ਔਰ ਇਲਾਚੀ ਬੇਰੀ ਆਪ ਜੀ ਜਾਣਦੇ ਹੋ ਨਾਮ ਇਸ ਕਰਕੇ ਸੀ ਕਿ ਬੇਰ ਲੱਗਦੇ ਸਨ ਬਹੁਤ ਛੋਟੇ ਛੋਟੇ ਲਾਚੀ ਦੀ ਤਰ੍ਹਾਂ। ਸਤਿਗੁਰੂ ਜੀ ਇਸ ਬੇਰੀ ਥੱਲੇ ਵੀ ਜਾ ਕੇ ਬੈਠਦੇ ਨੇ। ਜਿਨਹੁ ਨਰੋ ਕੇ ਬਾਰ ਵੱਡ ਭਾਗੇ, ਰਹਿ ਹਜੂਰ ਸਰ ਸੇਵਾ ਲਾਗੇ। ਜਿਨ੍ਹਾਂ ਗੁਰਸਿੱਖਾਂ ਦੇ ਵੱਡੇ ਭਾਗ ਨੇ ਉਹ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਹਜੂਰ ਦੇ ਵਿੱਚ ਰਹਿ ਕੇ ਸੇਵਾ ਦੇ ਵਿੱਚ ਦਿਨ ਰਾਤ ਲੱਗੇ ਰਹਿੰਦੇ ਨੇ। ਸਤਨਾਮ ਕੋ ਸਿਮਰਨ ਕਰੈ, ਖਣੇ ਟੋਕਰੇ ਸਿਰ ਪਰ ਧਰੈ। ਸਾਰਾ ਦਿਨ ਸਤਨਾਮ ਵਾਹਿਗੁਰੂ ਦਾ ਸਿਮਰਨ ਕਰਦੇ ਨੇ, ਮਿੱਟੀ ਨੂੰ ਪੱਟਦੇ ਨੇ, ਟੋਕਰੀਆਂ ਸਿਰ ਉੱਤੇ ਰੱਖ ਰੱਖ ਕੇ ਟੁੰਮਦੇ ਨੇ। ਉੱਤਰ ਦਿਸ਼ ਤਲਾਬ ਕੋ ਤੀਰ, ਭਾਈ ਸਾਹਿਬ ਬੁੱਢਾ ਧੀਰ। ਦੂਜੇ ਉੱਤਰ ਵਾਲੇ ਪਾਸੇ ਕਹਿੰਦੇ ਧੰਨ ਬਾਬਾ ਬੁੱਢਾ ਸਾਹਿਬ ਜੀ, ਭਾਈ ਬੁੱਢਾ ਜੀ, ਉਹ ਬੈਠਦੇ ਨੇ, ਸਿੱਖ ਸੰਗਤਾਂ ਨੂੰ ਪ੍ਰੇਰਨਾ ਦੇ ਕੇ ਸੇਵਾ ਕਰਾਉਂਦੇ ਨੇ। ਕਰੇ ਕਰਾਵੇਂ ਕਾਰ ਵਿਸਾਲਾ, ਖਣੇ ਨਿਕਾਸੇ ਫਿਰੇ ਉਤਾਲਾ। ਕਹਿੰਦੇ ਨੇ ਬਹੁਤ ਕਾਰ ਸੇਵਾ ਸਾਰੇ ਸਿੱਖ ਕਰਦੇ ਨੇ। ਗੁਰੂ ਸਾਹਿਬ ਜੀ ਬਾਬਾ ਬੁੱਢਾ ਸਾਹਿਬ ਜੀ ਭਾਈ ਗੁਰਦਾਸ ਜੀ ਨਾਲ ਕਹਿ ਕੇ ਕਰਵਾਉਂਦੇ ਨੇ ਬੜੇ ਉਤਸ਼ਾਹ ਦੇ ਨਾਲ, ਚਾਅ ਦੇ ਨਾਲ। ਕਈ ਵਾਰੀ ਸਿੱਖ ਸੰਗਤਾਂ ਜਿੱਥੇ ਆਪ ਭੱਜ ਭੱਜ ਕੇ ਸੇਵਾ ਕਰਦੀਆਂ ਨੇ ਉੱਥੇ ਗੁਰੂ ਸਾਹਿਬ ਜੀ ਤੁਰ ਫਿਰ ਕੇ ਵੀ ਸੇਵਾ ਕਰਾਉਂਦੇ ਨੇ। ਦੇਸ਼ ਵਿਦੇਸ਼ਣ ਕਿਤਕ ਮਸੰਦ, ਜਹ ਧਰਮਸਾਲ ਮਿਲਹੇ ਸਿੱਖ ਬਰੰਦ। ਔਰ ਦੇਸ਼ ਵਿਦੇਸ਼ਾਂ ਦੇ ਵਿੱਚ ਦੂਰ ਦੂਰ ਤੱਕ ਜਿਹੜੇ ਗੁਰੂ ਘਰ ਦੇ ਮਸੰਦ ਸਨ, ਪ੍ਰਚਾਰਕ ਸਨ, ਉਹ ਵੀ ਗਏ ਸਨ ਕਿ ਜਿੱਥੇ ਕਿਤੇ ਧਰਮਸ਼ਾਲਾ ਬਣੀਆਂ ਸਨ ਉੱਥੇ ਜਾ ਕੇ ਪ੍ਰਚਾਰ ਕਰਦੇ ਨੇ, ਜਿੱਥੇ ਨਹੀਂ ਬਣੀਆਂ ਉੱਥੇ ਧਰਮਸ਼ਾਲਾ ਵੀ ਬਣਾਉਂਦੇ ਨੇ। ਦੂਰ ਦੇਸ਼ ਕੈ ਨੇਰੇ ਹੋਏ,
ਤੀਰਥ ਕਾਰ ਕਰੇ ਸਭ ਕੋਏ, ਮਸੰਦਾਂ ਦੇ ਰਾਹੀਂ ਕੀ ਨੇੜੇ ਕੀ ਦੂਰ। ਸਾਰੀਆਂ ਥਾਵਾਂ 'ਤੇ ਜਦੋਂ ਪਤਾ ਲੱਗਦਾ ਨਾ ਕਿ ਕਾਰ ਸੇਵਾ ਅੰਮ੍ਰਿਤ ਸਰੋਵਰ ਦੀ ਚੱਲਦੀ ਹੈ, ਫਿਰ ਦੂਰ ਦੂਰ ਦੇਸ਼ਾਂ ਤੋਂ ਵੀ ਲੋਕ ਆ ਕੇ, ਗੁਰੂ ਕੇ ਸਿੱਖ ਆ ਕੇ ਸੇਵਾ ਦੇ ਵਿੱਚ ਲੱਗਦੇ ਨੇ। ਸਤਿਗੁਰੂ ਕੇ ਪ੍ਰਸੰਨਤਾ ਆਇਤ ਹੈਵ, ਚਾਰ ਪਦਾਰਥ ਤਿਸ ਕਾਰ ਗਤ ਹੈਵ। ਸਤਿਗੁਰੂ ਜੀ ਪ੍ਰਸੰਨਤਾ ਇੰਨੀ ਅਮੋਲਕ ਹੈ, ਜਿਹੜਾ ਗੁਰੂ ਸਾਹਿਬ ਦੀ ਪ੍ਰਸੰਨਤਾ ਲੈ ਲੈਂਦਾ ਹੈ ਉਹਨੂੰ ਚਾਰ ਪਦਾਰਥ ਹੀ ਪ੍ਰਾਪਤ ਹੋ ਜਾਂਦੇ ਨੇ। ਔਰ ਇਹ ਧੰਨ ਗੁਰੂ ਅਰਜਨ ਦੇਵ ਜੀ ਦੇ ਪਾਵਨ ਬਚਨ ਆਪ ਸਭ ਨੂੰ ਚੇਤੇ ਵੀ ਹੈ ਕਿ ਇਸ ਘਰ ਵਿੱਚੋਂ ਪਾਈ ਸਭ ਕੁਝ ਮਿਲਦਾ ਹੈ। ਚਾਰ ਪਦਾਰਥ ਜੇ ਕੋ ਮੰਗੈ, ਸਾਧ ਜਨਾ ਕੇ ਸੇਵਾ ਲੱਗ, ਉਹ ਗੁਰੂ ਦੀ ਸੇਵਾ ਵਿੱਚ ਲੱਗੇ ਚਾਰੇ ਪਦਾਰਥ ਮਿਲਦੇ ਨੇ। ਗੁਰ ਸ਼ਰਧਾ ਔਰ ਧਾਰੈ ਜੋਏ, ਸੋ ਸਭ ਆਏ ਪ੍ਰਾਪਤੀ ਹੋਏ। ਔਰ ਜਿਹੜੇ ਵੀ ਗੁਰੂ ਘਰ ਦੇ ਵਿੱਚ ਆ ਕੇ ਸੇਵਾ ਕਰਦੇ ਨੇ ਸ਼ਰਧਾ ਰੱਖ ਕੇ, ਉਹ ਜੋ ਵੀ ਕਾਮਨਾ ਲੈ ਕੇ ਮਨ ਵਿੱਚ ਆਉਂਦੇ ਨੇ ਉਹਨਾਂ ਦੀ ਕਾਮਨਾ ਤੇ ਪੂਰੀ ਹੁੰਦੀ ਹੈ। ਇਹਨੂੰ ਸੁਣ ਕੇ ਸਤਿਗੁਰੂ ਕੇ ਬਾਣੀ, ਲਿਖੇ ਹੁਕਮਨਾਮੇ ਸਭ ਥਾਨੀ। ਸਤਿਗੁਰੂ ਜੀ ਨੇ ਬਚਨ ਕੀਤੇ, ਸਿੱਖ ਸੰਗਤਾਂ ਨੂੰ ਕਿਹਾ, ਸਿੱਖਾਂ ਨੂੰ ਕਿਹਾ, ਭਾਈ ਸਾਰੇ ਪਾਸੇ ਹੁਕਮਨਾਮੇ ਲਿਖ ਕੇ ਭੇਜੋ। ਇਹ ਹੁਕਮਨਾਮੇ ਲਿਖ ਕੇ ਭੇਜ ਦਿੱਤੇ ਗਏ। ਜਹ ਕਹਿ ਸਿਖਰ ਸਿਖਰ ਹੈ ਧਾਏ, ਸ੍ਰੀ ਗੁਰ ਕੋ ਫੁਰਮਾਨ ਸੁਣਾਏ। ਜਦੋਂ ਗੁਰੂ ਸਾਹਿਬ ਦੀ ਲਿਖਤ, ਗੁਰੂ ਸਾਹਿਬ ਦੇ ਹੁਕਮਨਾਮੇ ਪਹੁੰਚੇ, ਜਿੱਥੇ ਜਿੱਥੇ ਸਿੱਖਾਂ ਨੇ ਸੁਣਿਆ, ਛੇਤੀ ਦੇ ਨਾਲ ਧਾ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ। ਅਧਿਕ ਖੁਸ਼ੀ ਗੁਰ ਹੈਵ ਸੁਣ ਬਾਤ, ਸਿੱਖ ਭਏ ਸਭ ਹਰਖਤ ਗਾਤ। ਗੁਰੂ ਸਾਹਿਬ ਦੇ ਹੁਕਮਨਾਮੇ ਸੁਣ ਕੇ ਸਿੱਖਾਂ ਦੇ ਵਿੱਚ ਬੜੀ ਖੁਸ਼ੀ, ਬੜੀ ਪ੍ਰਸੰਨਤਾ ਕਿ ਅੰਮ੍ਰਿਤ ਸਰੋਵਰ ਦੀ ਸੇਵਾ ਕਰਨ ਲੱਗੇ ਹਾਂ। ਅੰਮ੍ਰਿਤ ਸਰੋਵਰ ਦੀ ਸੇਵਾ ਦੇ ਵਿੱਚ ਸਾਨੂੰ ਗੁਰੂ ਸਾਹਿਬ ਜੀ ਕਿਰਪਾ ਕਰਨਗੇ, ਸਾਨੂੰ ਇਹ ਮੌਕਾ ਮਿਲੇਗਾ ਸੇਵਾ ਕਰਨ ਦਾ। ਬਸਤਰ ਦਰਬ ਲੈ ਲੈ ਉਪਹਾਰੋ, ਆਏ ਜਿਤ ਕਿਤ ਤੇ ਸੋ ਹਜ਼ਾਰੋਂ। ਹਜ਼ਾਰਾਂ ਹੀ ਸਿੱਖ ਜਿੱਥੋਂ ਕਿਤੋਂ ਸੁਣਿਆ, ਕੋਈ ਬਸਤਰ ਲੈ ਕੇ, ਕੋਈ ਧਨ ਲੈ ਕੇ, ਜਥਾ ਜੋਗ ਜਿਵੇਂ ਦੇ ਭੇਟਾ ਕਿਸੇ ਤੋਂ ਬਣੀ ਭੇਟਾਵਾਂ ਲੈ ਕੇ ਸਿੱਖ ਸੰਗਤਾਂ ਪਹੁੰਚਦੀਆਂ ਨੇ। ਹੋਏ ਤ੍ਰਿਹਾਵਲ ਸਭ ਕੋ ਦੇਤ, ਭਾਉ ਭੂਰ ਕਰ ਸਿੱਖ ਗਣ ਲੇਤ। ਹਰ ਰੋਜ਼ ਕੜਾ ਪ੍ਰਸ਼ਾਦ ਉੱਤੇ ਤਿਆਰ ਹੁੰਦਾ ਹੈ, ਸਿੱਖ ਛਕਦੇ ਨੇ, ਛਕਾਉਂਦੇ ਨੇ, ਇੱਛਾ ਮੁਤਾਬਕ ਸਾਰੇ ਪ੍ਰਸ਼ਾਦ ਲੈਂਦੇ ਨੇ। ਸੰਗਤ ਕੋ ਦਰਸ਼ਨ ਸਭ ਕਾਲ, ਦੇਤ ਰਹਿ ਬਹੁ ਕਰੇ ਨਿਹਾਲ। ਧੰਨ ਗੁਰੂ ਅਰਜਨ ਦੇਵ ਜੀ ਸਿੱਖ ਸੰਗਤਾਂ ਨੂੰ ਸਾਰਾ ਦਿਨ ਦਰਸ਼ਨ ਦਿੰਦੇ ਨੇ, ਸੇਵਾ ਕਰਵਾਉਂਦੇ ਨੇ। ਕਹਿ ਸੁਤ ਦੇਤ ਦਰਬ ਕਿਸ ਦੇਤ, ਕਿਸ ਕੇ ਹੈਵ ਗਣ ਪਸ਼ੂ ਨਿਕੇਤ। ਹੁਣ ਜਿਹੜੇ ਸਿੱਖ ਨੇ ਕਾਮਨਾ ਲੈ ਕੇ ਆਉਂਦੇ ਨੇ, ਆ ਕੇ ਗੁਰੂ ਸਾਹਿਬ ਤੋਂ ਮੰਗਦੇ ਨਹੀਂ, ਬਸ ਸੇਵਾ ਕਰਦੇ ਨੇ। ਸੇਵਾ ਦੇ ਵਿੱਚ ਮਨ ਲਾ ਕੇ ਸੇਵਾ ਕਰਦੇ ਨੇ ਔਰ ਭਾਵਨਾ ਰੱਖਦੇ ਨੇ। ਕੋਈ ਸੁੱਤ ਦੇਤ, ਕਿਸੇ ਦੀ ਭਾਵਨਾ ਹੁੰਦੀ ਕਿ ਪੁੱਤਰ ਮਿਲ ਜੇ। ਦਰਬ ਕਿਸ ਦੇਤ, ਕੋਈ ਇਹ ਭਾਵਨਾ ਲੈ ਕੇ ਆਉਂਦਾ ਘਰ ਵਿੱਚ ਧਨ ਪਦਾਰਥ ਖੁੱਲ੍ਹਾ ਹੋ ਜੇ। ਕਿਸ ਕੇ ਹੈਵ ਗਣ ਪਸ਼ੂ ਨਿਕੇਤ, ਔਰ ਕੋਈ ਮਾਲ ਡੰਗਰ ਦੀ ਸੁੱਖ ਮੰਗਦਾ ਹੈ ਕਿ ਦੁੱਧ ਪੁੱਤ ਦੇ ਵਿੱਚ ਵਾਧਾ ਹੋ ਜੇ। ਕਿਹ ਕੋ ਦੁੱਖ ਕਾਟੇ ਤਨ ਰੋਗ, ਦੇ ਕਿਸ ਕੋ ਸਭ ਜਗ ਕੇ ਭੋਗ। ਜਿਵੇਂ ਜਿਵੇਂ ਦੇ ਭਾਵਨਾ ਕੋਈ ਲੈ ਕੇ ਆਉਂਦਾ, ਮੰਗਦੇ ਨਹੀਂ। ਪਰ ਗੁਰੂ ਸਾਹਿਬ ਜੀ ਜੇ ਕੋਈ ਦੇਹ ਰੋਗਤਾ ਦੀ ਭਾਵਨਾ ਲੈ ਕੇ ਸੇਵਾ ਕਰਦਾ, ਉਹਨੂੰ ਦੇਹ ਰੋਗਤਾ ਮਿਲਦੀ ਹੈ। ਸੰਸਾਰ ਦੇ ਭੋਗ ਮੰਗਦਾ ਹੈ, ਪਦਾਰਥ ਮੰਗਦਾ, ਉਹਨੂੰ ਪਦਾਰਥ ਮਿਲਦੇ ਨੇ। ਕਹੇ ਵਿਰਾਗ ਨਾਮ ਕਿਸ ਦੇਈ, ਕਿਸ ਕੇ ਉਰ ਬਿਕਾਰ ਹਰ ਲਈ। ਕਿਸੇ ਨੂੰ ਗੁਰੂ ਸਾਹਿਬ ਜੀ ਵਿਰਾਗ ਦਿੰਦੇ ਨੇ, ਕਿਸੇ ਦੇ ਹਿਰਦੇ ਵਿੱਚੋਂ ਵਿਕਾਰਾਂ ਨੂੰ ਦੂਰ ਕਰਦੇ ਨੇ। ਸ਼ਾਂਤ ਦਾਤ ਕਿਸ ਧੀਰਜ ਖਿਮਾ, ਦਇਆ ਸੰਤੋਖ ਦਇਓ ਕਿਸ ਜਮਾ। ਕਿ ਜਿਵੇਂ ਜਿਵੇਂ ਦੀ ਭਾਵਨਾ ਕੋਈ ਲੈ ਕੇ ਆਉਂਦਾ, ਕੋਈ ਸ਼ਾਂਤੀ ਮੰਗਦਾ, ਸ਼ਾਂਤੀ ਮਿਲਦੀ ਹੈ। ਕੋਈ ਧੀਰਜ ਖਿਮਾ ਮੰਗਦਾ, ਉਹਨੂੰ ਖਿਮਾ ਮਿਲਦੀ ਹੈ, ਧੀਰਜ ਮਿਲਦਾ ਹੈ। ਖਿਮਾ ਕਰਨ ਦੀ ਗੁਰੂ ਸਾਹਿਬ ਜੀ ਸਮੱਤ ਬਖਸ਼ਦੇ ਨੇ, ਦਇਆ ਸੰਤੋਖ ਬਖਸ਼ਦੇ ਨੇ। ਇਸ ਅਨੇਕਾਂ ਤਰ੍ਹਾਂ ਦੀਆਂ ਭਾਵਨਾ ਲੈ ਕੇ ਸਿੱਖ ਆਉਂਦੇ ਨੇ। ਸਾਰਿਆਂ ਦੀਆਂ ਭਾਵਨਾਵਾਂ ਗੁਰੂ ਸਾਹਿਬ ਜੀ ਪੂਰੀਆਂ ਕਰਦੇ ਨੇ। ਔਰ ਅੱਗੇ ਜਿਹੜੇ ਜਿਹੜੇ ਸਿੱਖ ਕੋਈ ਸੇਵਾ ਕਰਦੇ ਨੇ, ਕਵੀ ਸੰਤੋਖ ਸਿੰਘ ਜੀ ਨੇ ਕੁਝ ਕੁ ਉਹਨਾਂ ਸੇਵਾਦਾਰਾਂ ਦਾ, ਗੁਰੂ ਕੇ ਸਿੱਖਾਂ ਦਾ ਨਾਮ ਵੀ ਅੱਗੇ ਲਿਖਿਆ ਹੈ। ਉਹ ਜਿਵੇਂ ਕਿ ਗੁਰੂ ਸਾਹਿਬ ਜੀ ਬਖਸ਼ਿਸ਼ ਕਰਨਗੇ, ਕੱਲ੍ਹ ਵਿਚਾਰਾਂਗੇ ਸਮੇਂ ਦੇ ਮੁਤਾਬਕ। ਇਤਨੀ ਬੇਨਤੀ ਪ੍ਰਵਾਨ ਕਰਨੀ ਜੋ ਹੋਈਆਂ ਭੁੱਲਾਂ ਦੀ ਖਿਮਾ। ਆਓ 1-2 ਮਿੰਟ ਹੋਰ
ਰਸਨਾ ਦੇ ਨਾਲ ਹਾਜ਼ਰੀ ਲਵਾਈਏ, ਫਿਰ ਸਮਾਪਤੀ ਹੈ ਜੀ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ।